हेलो, सत श्री अकाल बच्चों। मैं बलजिंदर कौर लैक्चरर बायो सरकारी सीनियर सैकेंडरी स्कूल मुंडे धनौला बरनाला तो अज असी जिहड़ा लैक्चर डिस्कस करना बायो का उहदे विच 12वीं क्लास का 8वां चैप्टर हैल्थ एंड डिजीज़ दे विच इम्यूनिटी बारे डिस्कस करना है भी इम्यूनिटी की हुंदी है ते किन्ने तरह की हुंदी है ते किवें काम करती है, इहदे विच की कुछ हुंदा हैगा। सो ये सारा कुछ असीं जाणांगे। तां इस नूं जानन वास्ते हुण तक जिहड़ा तुसीं कुछ सिੱਖਿਆ हैगा ਉਹਦੇ ਵਿੱਚ ਤੁਸੀਂ ਬਿਮਾਰੀਆਂ ਬਾਰੇ ਜਾਣਿਆ ਵੀ ਜਿਹੜੀਆਂ ਬਿਮਾਰੀਆਂ ਨੇ ਕਿਸੇ ਵੀ ਸਜੀਵ ਨੂੰ ਜਾਂ ਸਾਨੂੰ ਇਨਸਾਨਾਂ ਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਉਹ ਉਹਨਾਂ ਦਾ ਕੋਈ ਨਾ ਕੋਈ ਕਾਰਨ ਹੁੰਦਾ। ਤਾਂ ਉਸ ਦੇ ਵਿੱਚ ਅਸੀਂ ਜੇ ਦੇਖਦੇ ਹੈਗੇ ਆ ਤਾਂ ਕੋਈ ਬੈਕਟੀਰੀਆ, ਕੋਈ ਵਾਇਰਸ, ਕੋਈ ਹਰਮਿੰਥਿਸ, ਤਾਂ ਇਹਨਾਂ ਕੋਈ ਪੈਰਾਸਾਈਟਸ ਹੋ ਸਕਦੇ ਨੇ, ਕੋਈ ਉੱਲੀਆਂ ਹੋ ਸਕਦੀਆਂ ਨੇ ਜਾਂ ਕੋਈ ਬਾਹਰੋਂ ਜ਼ਹਿਰ ਜਿਹੜੀ ਹੈਗੀ ਹੈ ਤੁਹਾਡੇ ਸਰੀਰ ਦੇ ਅੰਦਰ ਐਂਟਰ ਕਰ ਗਈ ਹੈ, ਉਹਦੇ ਕਾਰਨ ਸਾਡਾ ਸਰੀਰ ਹੈ ਜਿਹੜਾ ਉਹ ਬਿਮਾਰ ਹੋ ਜਾਂਦਾ। ਪਰ ਇਹ ਸਾਰੀਆਂ ਚੀਜ਼ਾਂ ਸਦੋਂ ਹੀ ਸਾਡੇ ਤੇ ਹਮਲਾ ਕਰਦੀਆਂ ਰਹਿੰਦੀਆਂ ਨੇ, ਅਟੈਕ ਕਰਦੀਆਂ ਰਹਿੰਦੀਆਂ ਨੇ। ਸੋ ਜ਼ਰੂਰੀ ਨਹੀਂ ਹੈਗਾ ਵੀ ਸਾਡਾ ਸਰੀਰ ਸਦੋਂ ਹੀ ਬਿਮਾਰ ਰਹੇ। ਸੋ ਅਸੀਂ ਤੰਦਰੁਸਤ ਕਿਵੇਂ ਹੈਗੇ ਆ, ਇਹਦਾ ਕੀ ਕਾਰਨ ਹੈ? ਕਿਉਂਕਿ ਸਾਡੇ ਸਰੀਰ ਦੇ ਅੰਦਰ ਇੱਕ ਸਿਸਟਮ ਹੈਗਾ ਜਿਹੜਾ ਕਿ ਸਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈਗਾ, ਤਾਂ ਅਸੀਂ ਜਿਹੜੇ ਹੈਗੇ ਆ ਪ੍ਰੋਟੈਕਟ ਰੱਖਦਾ ਸਾਨੂੰ, ਸੋ ਉਸ ਤੋਂ ਬਚਾਉਂਦਾ ਹੈਗਾ ਸਾਨੂੰ। ਸੋ ਉਹਦੇ ਬਾਰੇ ਹੀ ਅਸੀਂ ਅੱਜ ਜਾਣਾਂਗੇ ਇਸ ਲੈਕਚਰ ਦੇ ਵਿੱਚ। ਤੇ ਬੜਾ ਹੀ ਇੰਪੋਰਟੈਂਟ ਤੇ ਇੰਟਰਸਟਿੰਗ ਚੈਪਟਰ ਹੈਗਾ, ਟੌਪਿਕ ਹੈ ਇਹ। ਉਹਦਾ ਅੱਗੋਂ ਜਿਹੜੇ ਬਾਰੇ ਅਸੀਂ ਬਹੁਤ ਹੀ ਉਤਸੁਕਤਾ ਦੇ ਨਾਲ ਜਿਹੜਾ ਹੈਗਾ ਤੁਸੀਂ ਬਹੁਤ ਹੀ ਬਹੁਮੁੱਲੀਆਂ ਜਿਹੜੀਆਂ ਨੇ ਗਿਆਨ ਹੈ ਜਿਹੜਾ ਗੱਲਾਂ ਨੇ ਜਿਹੜੀਆਂ ਉਹ ਤੁਸੀਂ ਇਹਦੇ ਵਿੱਚ ਹਾਸਲ ਕਰੋਗੇ ਤੇ ਆਪਣੇ ਬਾਰੇ ਜਾਣੋਗੇ। ਤਾਂ ਹੁਣ ਅਸੀਂ ਸਭ ਤੋਂ ਪਹਿਲਾਂ ਇਮਿਊਨਿਟੀ ਦੀ ਗੱਲ ਕਰਦੇ ਹਾਂ। ਵਾਟ ਇਜ਼ ਇਮਿਊਨਿਟੀ? ਇਹਦੀ ਡੈਫੀਨੇਸ਼ਨ ਕੀ ਹੈਗੀ? It is the ability of the body to protect itself against infections like bacteria, viruses or pathogens ਜਾਂ ਟੌਕਸਿਨਸ। ਕੋਈ ਵੀ ਜ਼ਹਿਰਾਂ ਨੇ ਜਿਹੜੀਆਂ ਉਹਨਾਂ ਦੇ ਖਿਲਾਫ ਜਦੋਂ ਸਾਡਾ ਸਰੀਰ ਹੈ ਜਿਹੜਾ ਸਾਨੂੰ ਬਚਾਉਂਦਾ ਹੈਗਾ ਤਾਂ ਉਸ ਨੂੰ ਅਸੀਂ ਇਮਿਊਨਿਟੀ ਕਹਿੰਦੇ ਹਾਂ। ਤਾਂ ਇਮਿਊਨਿਟੀ ਜਿਹੜੀ ਹੈਗੀ ਆ ਉਹ ਦੋ ਤਰ੍ਹਾਂ ਦੀ। ਇਟ ਇਜ਼ ਆਫ ਟੂ ਟਾਈਪਸ। ਇਨੇਟ ਪਹਿਲੀ ਹੈਗੀ ਹੈ innate immunity and second one is acquired immunity। ਹੁਣ innate immunity ਕੀ ਹੁੰਦੀ ਹੈ? ਇਹ ਜਦੋਂ ਤੁਸੀਂ ਪੈਦਾ ਹੋਏ ਹੋ, ਇਨਬੋਰਨ ਇਮਿਊਨਿਟੀ ਹੈਗੀ ਹੈ, ਤੁਹਾਡੇ ਪੈਦਾ ਹੁੰਦੇ ਹੀ ਤੁਹਾਡੇ ਨਾਲ ਹੀ ਜਿਹੜੀ ਹੈਗੀ ਹੈ ਇਹ ਪੈਦਾ ਹੋਈ ਹੈ। ਸੋ ਇਹ ਕੁਦਰਤੀ ਹੈ, ਨੈਚੁਰਲ। ਇਟ ਇਜ਼ ਏ ਨੈਚੁਰਲ, ਇਟ ਇਜ਼ ਨॉन ਸਪੈਸਿਫਿਕ, ਜਨਰਲਾਈਜ਼ਡ। ਜਨਰਲ ਹੈਗੀ ਹੈ ਇਹ ਸਾਰਿਆਂ ਤੇ ਇੱਕੋ ਜਿਹਾ ਹੀ ਕੰਮ ਕਰਦੀ ਹੈ। ਇਹ ਨਹੀਂ ਹੈ ਵੀ ਕਿਸੇ ਖਾਸ ਵਾਸਤੇ ਖਾਸ ਜਿਹੜੀ ਹੈਗੀ ਹੈ ਪ੍ਰਤੀਰੋਧ ਕਰਦੀ ਹੈ। ਸੋ ਇਹਨੂੰ ਅਸੀਂ ਇਨੇਟ, ਨੈਚੁਰਲ, ਨॉन ਸਪੈਸਿਫਿਕ ਇਮਿਊਨਿਟੀ ਕਹਿੰਦੇ ਹਾਂ। ਹੁਣ ਇਹਨੂੰ ਅੱਗੋਂ ਜਦੋਂ ਅਸੀਂ ਵੰਡਦੇ ਹਾਂ ਤਾਂ ਇਹ ਅੱਗੋਂ ਇਹਦੀਆਂ ਟਾਈਪਸ ਆ ਜਾਂਦੀਆਂ ਨੇ। ਫਿਜ਼ੀਕਲ ਬੈਰੀਅਰਸ। ਫਿਜ਼ੀਕਲ ਕੀ ਹੈ? ਫਿਜ਼ਿਕਸ ਪੜ੍ਹਦੇ ਹੋ ਤੁਸੀਂ। ਜਦੋਂ ਕਿਸੇ ਦੇ ਵਿੱਚ ਪੱਕੇ ਤੌਰ ਤੇ ਕੋਈ ਵੀ ਚੇਂਜ ਨਹੀਂ ਆਉਂਦੀ ਉਹਨੂੰ ਅਸੀਂ ਫਿਜ਼ੀਕਲ ਕਹਿੰਦੇ। ਬੈਰੀਅਰ ਮੀਨਸ ਰੁਕਾਵਟ। ਤਾਂ ਇਹ ਜਿਹੜੇ ਹੈਗੇ ਨੇ ਰੁਕਾਵਟਾਂ ਨੇ ਜਿਹੜੀਆਂ ਕਿ ਬਾਹਰੋਂ ਪੈਥੋਜਨਸ ਨੂੰ ਸਾਡੇ ਸਰੀਰ ਦੇ ਅੰਦਰ ਐਂਟਰ ਹੋਣ ਤੋਂ ਬਚਾਉਂਦੀਆਂ। ਹੁਣ ਇਹਦੇ ਵਿੱਚ ਕੀ ਆ ਗਿਆ? ਚਮੜੀ ਆ ਗਈ, ਸਕਿਨ ਐਂਡ ਮਿਊਕਸ ਮੈਂਬਰੇਨ। ਸਕਿਨ ਐਂਡ ਮਿਊਕਸ ਮੈਂਬਰੇਨਸ। ਤਾਂ ਚਮੜੀ ਹੈ ਜਿਹੜੀ ਉਹ ਸਾਡੇ ਸਾਰੇ ਸਰੀਰ ਦੇ ਦੁਆਲੇ ਲਿਪਟੀ ਹੋਈ ਆ, ਸਾਰੇ ਆਰਗਨਸ ਨੂੰ ਉਹਨੇ ਢੱਕਿਆ ਹੋਇਆ ਹੈ। ਤੇ ਮਿਊਕਸ ਮੈਂਬਰੇਨ ਜਿਹੜੀ ਹੈ ਨੱਕ ਦੇ ਅੰਦਰ ਰੈਸਪੀਰੇਟਰੀ ਟ੍ਰੈਕਟਸ ਤੇ ਇੰਟੈਸਟਾਈਨ। ਸੋ ਇਹ ਸਾਰੇ ਜਿਹੜੇ ਹੈਗੇ ਨੇ ਮਿਊਕਸ ਮੈਂਬਰੇਨ। ਸੈਕੰਡ ਵਨ ਇਜ਼ ਫਿਜ਼ੀਓਲੋਜੀਕਲ ਬੈਰੀਅਰਸ। ਫਿਜ਼ੀਓਲੋਜੀਕਲ ਮੀਨਸ ਕੋਈ ਨਾ ਕੋਈ ਸਕ੍ਰੀਸ਼ਨਸ ਹੈਗੀਆਂ ਨੇ, ਕੁਝ ਰਸ ਹੈਗੇ ਨੇ ਜਿਹੜੇ ਕਿ ਰੋਕਦੇ ਨੇ ਇਹਨਾਂ ਨੂੰ ਸਾਡੇ ਸਰੀਰ 'ਚ ਵੜਨ ਤੋਂ। ਇਹਨਾਂ ਦੇ ਵਿੱਚ ਪਹਿਲਾ ਆ ਗਿਆ ਐਸਿਡ ਆਫ ਸਟਮਕ। ਤਾਂ ਸਾਡੇ ਮਿਹਦੇ ਦੇ ਅੰਦਰ ਇੱਕ ਤੇਜ਼ਾਬ ਜਿਹਦਾ pH ਤਕਰੀਬਨ 2 ਹੈ,
बहुत स्ट्रॉन्ग एसिड है ਤਾਂ ਉਹ ਇਸੇ ਕਰਕੇ ਹੀ ਹੁੰਦਾ ਗਾ ਤੇ ਉਹਦਾ ਜਿਹੜਾ ਮੇਨ ਫੰਕਸ਼ਨ ਹੈ ਉਹ ਤੋਂ ਇਲਾਵਾ ਜਿਹੜੇ ਸਾਡੇ ਸਰੀਰ ਦੇ ਅੰਦਰ ਬੈਕਟੀਰੀਆ ਜਾਂ ਹੋਰ ਪੈਥੋਜਨਸ ਐਂਟਰ ਕਰਦੇ ਨੇ ਉਹਨਾਂ ਨੂੰ ਮਾਰ ਦਿੰਦਾ ਸੋ ਅਸੀਂ ਨਿਗਲ ਜਾਂਦੇ ਤੁਸੀਂ ਗੰਦੇ ਹੱਥਾਂ ਨਾਲ ਕਈ ਵਾਰੀ ਖਾ ਲੈਂਦੇ ਹੋ ਜਾਂ ਨੌ ਨੇ ਜਿਹੜੇ ਤੁਹਾਡੇ ਕੱਟੇ ਨਹੀਂ ਹੁੰਦੇ ਕਈ ਵਾਰੀ ਤਾਂ ਜ਼ਰੂਰੀ ਨਹੀਂ ਹੈਗਾ ਵੀ ਹਰ ਵਾਰੀ ਅਸੀਂ ਬਿਮਾਰ ਹੁੰਦੇ ਇਹ ਬਿਮਾਰੀ ਦਾ ਕਾਰਨ ਬਣਦੇ ਨੇ ਪਰ ਫਿਰ ਵੀ ਇਹ ਜਿਹੜੀ ਚੀਜ਼ ਹੈਗੀ ਸਾਨੂੰ ਜਿਹੜਾ ਹੈਗਾ ਸਟਮਕ ਦੇ ਵਿੱਚ ਜਿਹੜਾ ਸਟਰੋਂਗ ਐਸਿਡ ਹੈਗਾ ਉਹ ਸਾਨੂੰ ਇਹਨਾਂ ਤੋਂ ਬਚਾਉਂਦਾ ਦੈਨ bile it is a juice secreted by liver and stored in the gallbladder so ਇਹ ਵੀ ਜਿਹੜਾ ਹੈਗਾ ਇਹ ਜਿਹੜਾ ਹੈ ਮਾਈਕਰੋ ਆਰਗੇਨਿਜ਼ਮ ਦੀ ਗਰੋਥ ਨੂੰ ਰੋਕਦਾ ਹੈ ਐਂਡ ਥਰਡ ਵਨ ਇਜ਼ ਸਿਰਮਨ ਜਿਹੜਾ ਸਿਰਮਨ ਹੈਗਾ ਕੰਨਾਂ ਦੇ ਅੰਦਰ ਇੱਕ ਚਿਪਾੜਾ ਪਦਾਰਥ ਹੈਗਾ ਤਾਂ ਇਹ ਵੈਕਸ ਟਾਈਪ ਹੈ ਤਾਂ ਇਸ ਜਿਹੜਾ ਹੈ ਕੰਨਾਂ ਦੇ ਵਿੱਚ ਡਸਟ ਵਗੈਰਾ ਜਾਣ ਤੋਂ ਰੋਕਦਾ ਹੈ ਕੀੜਿਆਂ ਲਈ ਰਿਪੈਲੈਂਟ ਵਜੋਂ ਕੰਮ ਕਰਦਾ ਹੈ ਕੀੜੇ ਨਹੀਂ ਅੰਦਰ ਜਾਂਦੇ ਹੈਗੇ ਸੋ ਇਹ ਜਿਹੜਾ ਹੈ ਸਿਰਮਨ Then next is lysozyme. Lyso means ਤੋੜ ਦੇਣਾ enzyme ਇਹ ਇੱਕ ਤਰ੍ਹਾਂ ਦੇ enzyme ਨੇ ਜਿਹੜੇ ਕਿ ਬੈਕਟੀਰੀਆ ਦੀ ਕੰਧ ਨੂੰ ਤੋੜ ਦਿੰਦੇ ਨੇ ਤਾਂ ਹੁਣ ਇੱਥੇ ਜਿਹੜਾ ਹੈਗਾ ਇੱਕ ਇਹਦੇ except cerebrospinal of sweat and urine ਤਾਂ ਇਹ ਜਿਹੜਾ ਹੈਗਾ ਇਹ ਤੋਂ ਬਿਨਾ ਬਾਕੀ ਸਾਰੇ ਜਿਹੜੇ ਸਪੀਸ਼ੀਜ਼ ਹੈਗੇ ਨੇ ਉਹਨਾਂ ਦੇ ਅੰਦਰ ਲਾਈਸੋਜ਼ਾਈਮ ਹੁੰਦਾ ਹੈਗਾ ਟੀਅਰਸ ਹੈਗੇ ਨੇ ਸਲਾਈਵਾ ਹੈਗਾ ਇਹਨਾਂ ਦੇ ਵਿੱਚ ਲਾਈਸੋਜ਼ਾਈਮ ਹੈ ਸਾਡੇ ਸੈਰੀਬਰੋਸਪਾਈਨਲ ਸੈਰੀਬਰਮ ਮੀਨਸ ਬ੍ਰੇਨ ਸਪਾਈਨਲ ਬ੍ਰੇਨ ਤੇ ਸਪਾਈਨਲ ਕਾਰਡ ਦੇ ਅੰਦਰ ਜਿਹੜਾ ਫਲੂਇਡ ਹੈ ਅੰਦਰ ਤੇ ਬਾਹਰ ਉਹਨੂੰ ਅਸੀਂ ਸੈਰੀਬਰੋਸਪਾਈਨਲ ਫਲੂਇਡ ਕਹਿੰਦੇ ਹੈਗੇ ਆ ਤੇ ਇਸੇ ਤਰ੍ਹਾਂ ਹੀ ਸਵੈਟ ਹੈ ਪਸੀਨਾ ਹੈ ਤੇ ਯੂਰਿਨ ਹੈ ਇਹਨਾਂ ਦੇ ਵਿੱਚ ਇਹ ਨਹੀਂ ਹੁੰਦੇ ਲਾਈਸੋਜ਼ਾਈਮ ਨਹੀਂ ਦੈਨ ਨੇਜ਼ਲ ਨੱਕ ਦੇ ਅੰਦਰ ਨੇਜ਼ਲ ਹੇਅਰ ਹੁੰਦੇ ਨੇ ਨੱਕ ਦੇ ਅੰਦਰ ਵਾਲ ਨੇ ਜਿਹੜੇ ਕਿ ਸਾਨੂੰ ਡਸਟ ਨੂੰ ਛਾਣਦੇ ਨੇ ਤੇ ਮਾਈਕਰੋ ਆਰਗੇਨਿਜ਼ਮ ਨੂੰ ਉੱਥੇ ਹੀ ਰੱਖ ਲੈਂਦੇ ਨੇ ਫਿਲਟਰ ਕਰਕੇ ਦੈਨ urine is acidic in nature acidic ਹੋਣ ਕਰਕੇ ਮਾਈਕਰੋ ਆਰਗੇਨਿਜ਼ਮ ਨੂੰ ਕਿਲ ਕਰ ਦਿੰਦਾ or retard their growth and the next one is vaginal secretions and sebum ਇਹ ਸਾਰੇ acidic in nature ਹੈਗੇ ਨੇ urine ਕਰਕੇ ਤੇ sebum sweat ਹੈਗਾ ਪਸੀਨਾ ਹੈ ਸੋ acidic ਹੋਣ ਕਰਕੇ ਇਹ ਮਾਈਕਰੋ ਆਰਗੇਨਿਜ਼ਮ ਦੇ ਵਾਧੇ ਨੂੰ ਰੋਕਦੇ ਨੇ and the third cellular barrier ਤੀਸਰਾ ਜਿਹੜਾ ਸਾਡੇ ਕੋਲੇ ਆ ਗਿਆ that is cellular barrier ਸੈੱਲ ਇਹ ਜਿਹੜੀਆਂ ਰੁਕਾਵਟਾਂ ਨੇ ਉਹ ਸੈੱਲਾਂ ਰਾਹੀਂ ਪੈਦਾ ਹੋਈਆਂ ਨੇ ਵੱਖ-ਵੱਖ ਤਰ੍ਹਾਂ ਦੇ ਸੈੱਲ ਨੇ ਜਿਹੜੇ ਉਹ ਬੈਰੀਅਰ ਵਜੋਂ ਕੰਮ ਕਰਦੇ ਨੇ ਉਹ ਇਹਨਾਂ ਐਂਟੀਜਨਸ ਨੂੰ ਸਾਡੇ ਸਰੀਰ ਦੇ ਅੰਦਰ ਜਾਣ ਤੋਂ ਰੋਕਦੇ ਨੇ ਹੁਣ ਇਹਦੇ ਵਿੱਚ ਜਿਹੜੇ ਬੈਰੀਅਰ ਸੈਲੂਲਰ ਬੈਰੀਅਰਸ ਹੈਗੇ ਨੇ ਉਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈਗਾ ਸਰਟਨ ਲਿਊਕੋਸਾਈਟਸ ਮੀਨਸ ਬੱਚਿਓ WBCs ਤਾਂ ਹੁਣ ਇਹਦੇ ਵਿੱਚ ਸਾਰੇ ਨਹੀਂ ਆਏ ਸਰਟਨ ਕੁਝ WBCs ਹੈਗੇ ਨੇ ਹੁਣ ਜੇ ਤੁਸੀਂ WBCs ਬਾਰੇ ਗੱਲ ਕਰੋ ਤਾਂ ਇੱਥੇ WBCs ਅਸੀਂ ਪੜ੍ਹੇ ਨੇ ਤੁਸੀਂ WBCs ਜਿਹੜੇ ਹੈਗੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਗ੍ਰੈਨੂਲੋਸਾਈਟਸ ਐਂਡ ਗ੍ਰੈਨੂਲੋਸਾਈਟ ਗ੍ਰੈਨੂਲੋਸਾਈਟਸ ਦੇ ਵਿੱਚ ਜਿਹੜੇ ਆ ਜਾਂਦੇ ਨੇ ਉਹ ਅੱਖੋਂ ਤਿੰਨ ਤਰ੍ਹਾਂ ਦੇ ਹੁੰਦੇ ਨੇ ਐਸਿਡੋਫਿਲਸ ਬੇਸੋਫਿਲਸ ਐਂਡ ਨਿਊਟ੍ਰੋਫਿਲਸ ਤੇ ਜਿਹੜੇ ਗ੍ਰੈਨੂਲੋਸਾਈਟਸ ਹੈਗੇ ਨੇ ਉਹਨਾਂ ਦੇ ਵਿੱਚ ਦੋ ਤਰ੍ਹਾਂ ਦੇ ਨੇ ਮੋਨੋਸਾਈਟਸ ਐਂਡ ਲਿੰਫੋਸਾਈਟਸ ਹੁਣ ਇੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਕੁਝ ਸਰਟਨ ਲਿਊਕੋਸਾਈਟਸ ਕੁਝ ਜਿਹੜੇ ਹੈਗੇ ਨੇ WBCs ਲਾਈਕ ਤਿੰਨਾਂ ਵਰਗੇ ਨਿਊਟ੍ਰੋਫਿਲਸ ਐਂਡ ਮੋਨੋਸਾਈਟਸ ਇਹ ਜਿਹੜੇ ਹੈਗੇ ਨੇ ਇਹਦੇ ਵਿੱਚ
पहले बैरियर वालों काम करते हैं ते इन्हां दी अगों टाइप्स हैगियां ने पॉलीमॉर्फोन्यूक्लियर ल्यूकोसाइट्स इन्हां नूं PMN NL भी कहना। हुण इन्हां पॉली मीन्स मैनी, मॉर्फो मीन्स एक्सटर्नल स्ट्रक्चर, न्यूक्लियर दे किन्ने लोब्स हुंदे ने, सो इस करके इन्हां दा एक नाम पिया हैगा ल्यूकोसाइट मीन्स WBC। ते इन्हां दी जिहड़ी उम्र हैगी आ ਉਹ ਕੁਝ ਦਿਨਾਂ ਦੀ ਤੇ ਇਹ ਜਿਹੜੇ ਨੇ 40 ਤੋਂ 75% ਸਾਰੇ WBC ਜਿੰਨੇ ਹੈਗੇ ਨੇ ਉਹਨਾਂ ਦੇ ਵਿੱਚੋਂ 40 ਤੋਂ 75% ਜਿਹੜੇ ਹੈਗੇ ਨੇ PMNLE ਹੁੰਦੇ ਨੇ। ਐਂਡ ਸੈਕਿੰਡ ਟਾਈਪ ਮੋਨੋਸਾਈਟਸ, ਜਿਹੜੇ ਮੋਨੋਸਾਈਟਸ ਹੈਗੇ ਨੇ these are the largest one, ਸਭ ਤੋਂ ਵੱਡੇ ਨੇ WBC ਤੇ ਇਹਨਾਂ ਦੀ ਜਿਹੜੀ ਸੰਖਿਆ ਹੈਗੀ ਹੈ that is 2 to 10%, ਬਹੁਤ ਥੋੜੇ ਨੇ, ਸਾਈਜ਼ ਦੇ ਵਿੱਚ ਵੱਡੇ ਨੇ। ਉਮਰ ਇਹਨਾਂ ਦੀ ਜਿਹੜੀ ਹੈਗੀ ਆ that is few hours 10 to 20 hours, 8 ਘੰਟੇ ਹੋ ਸਕਦੀ ਹੈ, 10 ਘੰਟੇ ਹੋ ਸਕਦੀ ਹੈ, 15 ਘੰਟੇ ਹੋ ਸਕਦੀ ਹੈ। ਤੇ ਉਸ ਤੋਂ ਬਾਅਦ ਇਹ ਜਿਹੜੇ ਹੈਗੇ ਨੇ ਬਲੱਡ ਦੇ ਅੰਦਰ ਘੁੰਮਦੇ ਰਹਿੰਦੇ ਨੇ ਤੇ ਸਾਈਜ਼ ਜਿਹੜਾ ਇਹਨਾਂ ਦਾ ਵੱਡਾ ਹੋ ਜਾਂਦਾ, ਗਰੋ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਟਿਸ਼ੂਆਂ ਦੇ ਵਿੱਚ ਸਕਵੀਜ਼ ਕਰ ਜਾਂਦੇ ਨੇ ਤੇ ਸਦਾ ਲਈ ਉੱਥੇ ਟਿਕ ਕੇ ਬਹਿ ਜਾਂਦੇ ਨੇ। ਜਿਵੇਂ ਇੱਕ ਮੋਟਾ ਬੰਦਾ, ਪਤਲਾ ਬੰਦਾ ਘੁੰਮਦਾ ਫਿਰਦਾ ਤੇ ਜਿਹੜਾ ਮੋਟਾ ਬੰਦਾ ਉਹ ਇੱਕ ਥਾਂ ਤੇ ਬਹਿ ਜਾਂਦਾ। ਤਾਂ ਇਹ ਟਿਸ਼ੂਆਂ ਦੇ ਵਿੱਚ ਵੱਖੋ ਵੱਖਰੀਆਂ ਸ਼ਕਲਾਂ ਲੈ ਕੇ ਜਿਹੜੇ ਹੈਗੇ ਨੇ ਉੱਥੇ ਟਿਸ਼ੂਆਂ ਦੇ ਵਿੱਚ ਕੰਮ ਕਰਦੇ ਨੇ। ਤੇ ਫਿਰ ਇਹਨਾਂ ਨੂੰ ਮੈਕਰੋਫੇਜਸ, ਦੇ ਆਰ ਚੇਂਜ ਇਨਟੂ ਮੈਕਰੋਫੇਜਸ। ਕੌਣ ਨੇ? ਮੋਨੋਸਾਈਟਸ। ਮੋਨੋਸਾਈਟ ਕੁਝ ਘੰਟੇ ਲਹੂ ਦੇ ਅੰਦਰ, ਬਲੱਡ ਦੇ ਅੰਦਰ ਘੁੰਮਣ ਤੋਂ ਬਾਅਦ ਸਾਈਜ਼ ਵੱਡਾ ਹੋ ਜਾਂਦਾ ਹੈ, ਟਿਸ਼ੂਆਂ ਦੇ ਵਿੱਚ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਅਸੀਂ ਕੀ ਕਹਾਂਗੇ? ਮੈਕਰੋਫੇਜਸ। ਮੈਕਰੋਫੇਜਸ ਜਿਹੜੇ ਹੈਗੇ ਨੇ ਇਹ ਦੋ ਤਰ੍ਹਾਂ ਦੇ ਨੇ, ਇੱਕ ਤਾਂ ਵਾਂਡਰਿੰਗ ਮੀਨਸ ਘੁੰਮ ਰਹੇ ਨੇ, ਗੱਲ ਉੱਥੇ ਹੀ ਆ ਗਈ ਪਹਿਲਾਂ ਵਾਲੀ। ਤੇ ਸੈਕਿੰਡ ਜਿਹੜੇ ਹੈਗੇ ਨੇ ਫਿਕਸਡ ਮੈਕਰੋਫੇਜਸ, ਜਿਹੜੇ ਫਿਕਸ ਹੈਗੇ ਨੇ ਉਹ ਟਿਸ਼ੂਆਂ ਦੇ ਹਿਸਾਬ ਨਾਲ, ਕਿਹੜੇ ਟਿਸ਼ੂ ਦੇ ਵਿੱਚ ਚਲੇ ਗਏ ਨੇ ਉਸੇ ਟਿਸ਼ੂ ਦੇ ਹਿਸਾਬ ਨਾਲ ਉਹਨਾਂ ਦਾ ਨਾਮ ਹੈ ਜਿਹੜਾ ਉਹ ਰੱਖਿਆ ਗਿਆ। ਹੁਣ ਇੱਥੇ ਇਹ ਬਹੁਤ ਵੱਖੋ ਵੱਖਰਾ ਕੰਮ ਕਰਦੇ ਨੇ। ਪਹਿਲਾ ਹੈਗਾ ਪਲਮਨਰੀ ਐਲਵੀਓਲਰ ਮੈਕਰੋਫੇਜਸ। ਪਲਮਨਰੀ ਕਿਤੇ ਹੋਣਗੇ? in the lungs. Then second, histocytes in the tissues. It is very important question ਤੁਹਾਡੇ ਟੈਸਟਾਂ ਵਾਸਤੇ, ਨੀਟ ਵਾਸਤੇ, very important. That is Kupffer cells in the liver. बहुत बारी repeat ਹੁੰਦਾ ਬੱਚਿਓ। And the next one is glomerular mesenchymal cells in the kidney. And the next microglial cells, they are present in the brain. And the next osteo, जिथे osteo आ गया it means bone. So हड्डियां दे टिश्यूआं दे विच ये मिलदे ने सानू। एंड देखो ਅਸੀਂ ਜਿਹੜਾ ਫਸਟ ਕੀਤਾ ਹੈਗਾ ਸੈਲੂਲਰ ਬੈਰੀਅਰਸ ਕਰ ਰਹੇ ਹਾਂ, ਉਹਦੇ ਵਿੱਚ ਪਹਿਲਾ ਅਸੀਂ ਕੀਤੇ ਨੇ ਕੁਝ ਲਿਊਕੋਸਾਈਟ WBCs ਕੀਤੇ ਨੇ। ਐਂਡ ਸੈਕੰਡ ਵਨ ਜਿਹੜਾ ਹੈਗਾ WBC ਦੇ ਵਿੱਚ ਜਿਹੜੇ ਮੋਨੋਸਾਈਟ ਨੇ ਬਾਹਰ ਨਿਕਲ ਕੇ ਮੈਕਰੋਫੇਜਸ ਬਣਨੇ। ਤੇ ਤੀਸਰੀ ਟਾਈਪ ਦੇ ਜਿਹੜੇ ਹੈਗੇ ਨੇ these are natural killer cells, ਇਹਨਾਂ ਨੂੰ NK cells ਵੀ ਕਹਿੰਦੇ ਨੇ। they produce perforants। ਇਹ ਪਰਫੋਰੈਂਸ ਕੀ ਨੇ? ਇੱਕ ਕੈਮੀਕਲਸ ਨੇ, ਇੱਕ ਰਸਾਇਣ ਪਦਾਰਥ ਨੇ ਜਿਨ੍ਹਾਂ ਨੂੰ ਐਂਟੀਜਨ ਦੇ ਬਾਡੀ ਦੇ ਅੰਦਰ ਭੇਜ ਦਿੱਤਾ ਜਾਂਦਾ ਹੈ ਤੇ ਉੱਥੇ ਫਿਰ ਉਹਦੀ ਪਲਾਜ਼ਮਾ ਮੈਂਬਰੇਨ ਦੇ ਵਿੱਚ ਸੁਰਾਖ ਕਰਦੇ, ਪੋਰਸ ਫਾਰਮ ਕਰਦੇ ਨੇ ਤੇ ਉੱਥੋਂ ਦੀ ਸੁਰਾਖਾਂ ਵਿੱਚ ਦੀ ਜਿਹੜਾ ਟਿਸ਼ੂਆਂ ਦਾ ਪਾਣੀ ਆ ਉਹ ਸੈੱਲ ਦੇ ਅੰਦਰ ਚਲਾ ਜਾਂਦਾ, ਸਵੈਲ ਹੋ ਜਾਂਦੇ ਨੇ, ਉਹ ਫੁੱਲ ਜਾਂਦੇ ਨੇ, ਫੈਲ ਜਾਂਦੇ ਨੇ ਐਂਡ ਦੇ ਬਸਟ, ਅਖੀਰ ਨੂੰ ਉਹ ਫਟ ਜਾਂਦੇ ਨੇ। ਸੋ ਇਸ ਤਰ੍ਹਾਂ ਨਾਲ ਉਹਨਾਂ ਦੀ ਜਿਹੜੀ ਬਾਡੀ ਹੈਗੀ, ਜਿਹੜਾ ਸੈੱਲ ਹੈਗਾ ਉਹ ਡਿਸਟਰੋਏ ਹੋ ਜਾਂਦਾ, ਨੁਕਸਾਨਿਆ ਜਾਂਦਾ। ਹਾਂਜੀ, ਤੇ ਸੈਕਿੰਡ ਜਿਹੜਾ ਹੈਗਾ ਇਹ ਐਪੋਪਟੋਸਿਸ। ਜਿਹੜਾ ਐਪੋਪਟੋਸਿਸ ਢੰਗ ਹੈਗਾ ਇਹਦੇ ਚ ਨੈਚੁਰਲ ਸੈੱਲ ਦੇ ਹੈਗੇ। ਹੁਣ ਜਿਹੜੇ ਸੈੱਲਾਂ ਦੀ ਉਮਰ ਹੋ ਚੁੱਕੀ ਹੈ ਉਹਨਾਂ ਨੇ ਮਰਨਾ ਹੈਗਾ ਤਾਂ ਉਹਨਾਂ ਨੂੰ ਖਤਮ ਕਰਨ ਦੇ ਵਿੱਚ NK ਸੈੱਲ ਨੇ ਜਿਹੜੇ ਉਹ ਹੈਲਪ ਕਰਦੇ ਨੇ, ਉਹਨਾਂ ਨੂੰ ਤੋੜਨ ਦੇ ਵਿੱਚ।
And the next point, fourth point, is complement. Complement ਦੇ ਵਿੱਚ it is the group of 20 protein enzymes. 20 proteins ਦੇ ਜਿਹੜੇ enzymes ਹੈਗੇ ਨੇ ਉਹ ਉਹਨਾਂ ਦੇ precursor ਹੈਗੇ ਨੇ। precursor, pre means ਪਹਿਲਾਂ ਇਹਨਾਂ ਤੋਂ ਬਣ ਕੇ ਉਹ ਪੂਰਵਜ ਨੇ ਇਹ 20 protein enzymes ਦੇ precursor, they are produced by liver. They destroy microbes. ਇਹ ਮਾਈਕਰੋਬਸ ਨੂੰ ਤਬਾਹ ਕਰ ਦਿੰਦੇ ਨੇ। ਐਂਜ਼ਾਈਮਸ ਤਾਂ ਹੁੰਦੇ ਹੀ ਤੋੜਨ ਵਾਸਤੇ ਨੇ, ਸੋ ਹਰੇਕ ਚੀਜ਼ ਨੂੰ ਤੋੜ ਦੇਣਾ, ਗਾਲ ਦੇਣਾ, ਇਹੀ ਐਂਜ਼ਾਈਮਸ ਦਾ ਕੰਮ। ਸੋ ਇੱਥੇ 20 ਪ੍ਰੋਟੀਨਸ ਮੇਨ ਹੈਗਾ, 20 ਪ੍ਰੋਟੀਨ ਜਿਹੜੇ ਹੈਗੇ ਨੇ ਇਹਦੇ ਵਿੱਚ ਲੱਗੇ ਹੋਏ ਨੇ ਤੇ ਮਾਈਕਰੋਬਸ ਨੂੰ ਡਿਸਟਰੋਏ ਕਰਦੇ ਤੇ ਇਹਨਾਂ ਦਾ ਕਿਵੇਂ ਤਬਾਹ ਕਰਦੇ ਨੇ ਉਹਨਾਂ ਨੂੰ? ਫਸਟ ਸਾਈਟੋਲਾਈਸਿਸ। साइटो means cell, lysis means तोड़ देना, सेल नु तोड़ देंदे ने। सो सेकंड वन साइटोलाइसिस ओवे ही हैगा जिवें परफोरेंस दे विच सुराख बनने, इत्थे 20 प्रोटीन्स मिलके ओवें प्लाज्मा मैम्ब्रेन जिहड़ी हैगी है ओहदे विच सुराख कर दिंदे ने, ओवें टिश्यूआं दा फ्लूइड जिहड़ा अंदर इनफ्लो करदा ते ओहदे नाल बस्ट इस तरह का साइटोलाइसिस थां के सुराख हो जाते हैं। सेकेंड इज इन्फ्लेमेशन। इन्फ्लेमेशन मीन्स सुज जाना। जदों साडे किते कोई जहर होती है टिश्यूआं दे अंदर तां वो सुज जाता ते ओहदे नाल भी ये जिहड़ा हैगा घट जाता, असर है जिहड़ा जहर दा वो घट जाता है, क्योंकि थोड़ी चीज़ जदों ज़्यादा थां दे विच फैल चुकी तां ओहदा नुकसान है जिहड़ा वो घट जाता। And the next is phagocytosis. Phago means निगल जाना। सेल अपने अंदर बड़े सेल ने जेडे वो छोटियां चीज़ां नूं अपने अंदर निगल जाते ने, खा जाते ने। अगला हैगा इन्फ्लेमेशन। इन्फ्लेमेशन जिहड़ा हैगा सोज, आपां हुणे पहलां गल कीती आ, सोज आ जाती है, तुहाडे मक्खियां लड़ गईयां, कदे भरिंड जरूर कदे ना कदे लड़ी होनी है, तां ओहदे नाल की है साडा वो टिश्यू है जिहड़ा वो सुज जाता है ते उतों तुसीं देखदे हो भी लाल भी हो जाता, रेडनेस आ जाती है। ਉਹ ਜਦੋਂ ਫੁੱਲਦਾ ਹੈਗਾ ਤਾਂ ਉੱਥੇ ਤੁਹਾਨੂੰ ਗਰਮ ਵੀ ਮਹਿਸੂਸ ਹੁੰਦਾ, ਹੀਟ ਵੀ ਪ੍ਰੋਡਿਊਸ ਹੁੰਦੀ ਹੈ ਉੱਥੇ। ਕਿਉਂ? ਕਿਉਂਕਿ ਉੱਥੇ ਜ਼ਿਆਦਾ ਬਲੱਡ ਫਲੋ ਕਰਦਾ। ਹੁਣ ਜਦੋਂ ਜ਼ਿਆਦਾ ਉੱਥੇ ਲਹੂ ਆ ਗਿਆ ਤਾਂ ਰੈਡਨੈਸ ਵੀ ਆਊਗੀ, ਤਾਂ ਜ਼ਿਆਦਾ ਜਿਹੜਾ ਬਲੱਡ ਹੈਗਾ ਉਹ ਟੈਂਪਰੇਚਰ ਨੂੰ ਵੀ ਲੈ ਕੇ ਆਇਆ, ਕਿਉਂਕਿ ਟੈਂਪਰੇਚਰ ਹੀ ਤਾਂ ਜਿਹੜਾ ਬਲੱਡ ਹੀ ਤਾਂ ਹੈ ਜਿਹੜਾ ਟੈਂਪਰੇਚਰ ਨੂੰ ਮੇਨਟੇਨ ਕਰਦਾ ਬੋਡੀ ਦੇ ਅੰਦਰ ਭੇਜਦਾ ਹੈ। ਤੇ ਉਸ ਦੇ ਨਾਲ ਕਈ ਵਾਰੀ ਪੇਨ ਵੀ ਹੁੰਦੀ ਹੈ, ਦਰਦ ਵੀ ਹੁੰਦਾ ਹੈ। ਇਹ ਤੁਸੀਂ ਜ਼ਰੂਰ ਜਿਹੜਾ ਹੈਗਾ ਮਹਿਸੂਸ ਕੀਤਾ ਹੋਣਾ, ਸੇਕ ਨਿਕਲਦਾ ਉਹਦੇ ਵਿੱਚੋਂ, ਹੀਟ ਪ੍ਰੋਡਿਊਸ ਹੁੰਦੀ ਹੈ, swelling हो जाती है, फुल जाता, वो सुज जाता है उतों, एंड समटाइम्स लॉस ऑफ फंक्शन। जे ज्यादा जहरीला हैगा वो चीज़ जे ज्यादा जहर हैगी है तो उतों सेंसेशन चली जाती है, काम करनों हट जाता है कुछ समय वास्ते। तो इत्थे हुंदा की ये किवें वापरदा है ਉਹਦੇ ਬਾਰੇ ਅਸੀਂ ਦੇਖਦੇ ਹਾਂ। ਜਿਹੜੇ ਮਾਸਟ ਸੈੱਲ ਹੈਗੇ ਨੇ ਦੇ ਬ੍ਰੇਕ ਡਾਊਨ, ਉੱਥੇ ਮਾਸਟ ਸੈੱਲ ਨੇ ਜਿਹੜੇ ब्लड के अंदर वो टुट जाते हैं। ब्रेक होने तो बाद दे रिलीज हिस्टामिन। हिस्टामिन नाम का पदार्थ है जिहड़ा कैमिकल हैगा जिहड़ा वो रिलीज करते हैं। हिस्टामाइन की करता हैगा वो जिहड़ियां ब्लड कैपिलरीज हैगियां ने जां ब्लड वैसल्स हैगियां ने वो डायलेट हो जांदियां ने, फैल जांदियां ने। जदों इन्हां दा डायमीटर ज़्यादा हो गया तो उहदे नाल की होऊगा, ब्लड फ्लो है जिहड़ा वो वध जांदा। ब्लड फ्लो ਵਧਣ ਦੇ ਨਾਲ ਟਿਸ਼ੂਆਂ ਦੇ ਵਿੱਚੋਂ ਜਿਹੜਾ ਹੈਗਾ ਲਿੰਫ ਹੈ ਜਿਹੜਾ ਉਹ ਟਿਸ਼ੂਆਂ ਦੇ ਵਿੱਚ ਚਲਾ ਜਾਂਦਾ, ਜਿਹਦੇ ਨਾਲ ਕੀ ਹੁੰਦਾ ਉਹ ਸੁੱਜ ਜਾਂਦਾ। ਜਿਹੜਾ ਉਹ ਟਿਸ਼ੂ ਹੈ ਉਹਦੇ ਵਿੱਚ ਸੋਜ ਆ ਜਾਂਦੀ ਹੈ, ਰੈਡਨੈਸ ਆ ਜਾਂਦੀ ਹੈ, ਗਰਮ ਮਹਿਸੂਸ ਹੁੰਦਾ ਤੇ ਸਵੈਲਿੰਗ ਹੋ ਜਾਂਦੀ ਹੈ ਤੇ ਇਹਨੂੰ ਅਸੀਂ ਇਨਫਲੇਮੇਟਰੀ ਰਿਸਪੌਂਸ ਵੀ ਕਹਿੰਦੇ ਆ। ਇਹ ਹੁੰਦਾ ਸਾਰਾ ਜ਼ਹਿਰਾਂ ਨੂੰ ਖਿਲਾਰਨ ਵਾਸਤੇ, ਜਿਹਦੇ ਕਾਰਨ ਜਿਹੜੇ ਉੱਥੇ ਦੇ ਸੈੱਲ ਨੇ, ਟਿਸ਼ੂ ਨੇ, ਉਹਨਾਂ ਦੇ ਉੱਤੇ ਉਸ ਜ਼ਹਿਰ ਦਾ ਜਿਹੜਾ ਨੁਕਸਾਨ ਹੈ ਉਸ ਨੂੰ ਘੱਟ ਕੀਤਾ ਜਾ ਸਕੇ।
ਸੋ ਅਗਲਾ ਜਿਹੜਾ ਹੈਗਾ ਅਸੀਂ ਦੇਖਦੇ ਹਾਂ that is fever, ਬੁਖਾਰ। ਤੁਹਾਨੂੰ ਆਪ ਹੀ ਚੜ ਜਾਂਦਾ ਹੈ ਬੁਖਾਰ, ਕਿਹਦੇ ਕਾਰਨ ਹੁੰਦਾ? ਹੁਣ ਇਹਦੇ ਚ ਅਸੀਂ ਦੇਖਦੇ ਹਾਂ ਜਿਹੜੇ ਪੈਥੋਜਨਸ ਹੈਗੇ ਨੇ ਉਹ ਜ਼ਹਿਰਾਂ ਛੱਡਦੇ ਨੇ, ਟੌਕਸਿਨਸ ਛੱਡਦੇ ਹੈਗੇ ਨੇ। ਹੁਣ ਉਸ ਤੋਂ ਬਾਅਦ ਜਿਹੜੇ ਮੈਕਰੋਫੇਜਸ ਹੈਗੇ ਜਾਂ ਫਿਰ ਮੈਕਰੋਫੇਜਸ ਐਂਡੋਜੀਨਸ ਪ੍ਰੋਟੀਨਸ ਜਿਹੜੇ ਹੈਗੇ ਨੇ ਉਹ ਛੱਡਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਪਾਇਰੋਜਨਸ। ਦੇ ਆਰ ਕਾਲਡ ਪਾਇਰੋਜਨਸ। ਹੁਣ ਇਹ ਪਾਇਰੋਜਨਸ ਬ੍ਰੇਨ ਤੇ ਜਾਂਦੇ ਨੇ, ਜਦੋਂ ਬ੍ਰੇਨ ਤੇ ਜਾ ਕੇ ਇਕੱਠੇ ਹੋ ਜਾਂਦੇ ਨੇ ਫਿਰ ਉਸ ਤੇ ਇੱਕ ਥਰਮੋਸਟੈਟ ਰੀਸੈਟ ਹੋ ਜਾਂਦਾ। ਬ੍ਰੇਨ ਦੇ ਉੱਤੇ ਟੈਂਪਰੇਚਰ ਸਾਡਾ ਜਿਹੜਾ 37 ਡਿਗਰੀ ਸੈਲਸੀਅਸ ਹੈ ਉਹਦੀ ਜਗ੍ਹਾ ਤੇ ਉਸ ਤੋਂ ਜ਼ਿਆਦਾ ਟੈਂਪਰੇਚਰ ਜਿਹੜਾ ਹੈਗਾ ਬ੍ਰੇਨ ਨੇ ਸੈੱਟ ਕਰ ਲਿਆ, ਤਾਂ ਸਾਰੀ ਬਾਡੀ ਦਾ ਟੈਂਪਰੇਚਰ ਜਿਹੜਾ ਹੈਗਾ ਉਹ ਰਾਈਜ਼ ਹੋ ਜਾਂਦਾ। ਹੁਣ ਇਹਦੇ ਦੋ ਕੰਡੀਸ਼ਨਸ ਆ ਗਈਆਂ। ਪਹਿਲੀ ਤਾਂ ਜੇ ਤਾਂ ਮਾਈਲਡ ਟੈਂਪਰੇਚਰ ਹੈਗਾ, ਜੇ ਟੈਂਪਰੇਚਰ ਬਹੁਤ ਥੋੜਾ ਹੈਗਾ ਤਾਂ ਉਹ ਸਾਡੇ ਵਾਸਤੇ ਚੰਗਾ ਹੈ, ਤਾਂ ਉਹ ਸਾਡੀ ਇਮਿਊਨਿਟੀ ਨੂੰ ਵਧਾਉਂਦਾ। ਉਹਦੇ ਨਾਲ ਕੀ ਹੈ ਵੀ ਜਿਹੜੇ ਲਿੰਫੋਸਾਈਟਸ ਹੈਗੇ ਨੇ ਉਹ ਐਕਟੀਵੇਟ ਹੋ ਜਾਂਦੇ ਨੇ, ਤੇ ਜ਼ਿਆਦਾ ਜਿਹੜੇ ਹੈਗੇ ਨੇ ਮੈਕਰੋਫੇਜਸ ਉਹ ਐਕਟੀਵੇਟ ਹੋ ਜਾਂਦੇ ਨੇ, ਉਹ ਆਪਣਾ ਕੰਮ ਕਰਦੇ ਨੇ ਬੜੀ ਚੰਗੀ ਤਰ੍ਹਾਂ ਨਾਲ, ਉਹਨਾਂ ਨੂੰ ਪਤਾ ਲੱਗ ਜਾਂਦਾ। ਸੋ ਹਲੂਣਾ ਮਿਲ ਜਾਂਦਾ ਉਹਨਾਂ ਨੂੰ। ਪਰ ਉਸ ਤੋਂ ਬਾਅਦ ਜੇ ਟੈਂਪਰੇਚਰ ਜ਼ਿਆਦਾ ਹੋ ਗਿਆ ਤਾਂ ਫਿਰ ਇਹ ਡੇਂਜਰਸ ਹੈ, ਫਿਰ ਇਹਨੂੰ ਟੈਂਪਰੇਚਰ ਨੂੰ ਥੱਲੇ ਲਿਆਉਣਾ ਪੈਂਦਾ ਤਾਂ ਕਿ ਸਾਡਾ ਕੋਈ ਨੁਕਸਾਨ ਨਾ ਹੋ ਜੇ, ਇੰਟਰਨਲ ਆਰਗਨਸ ਦੀ ਬਲੀਡਿੰਗ ਨਾ ਹੋ ਜੇ। ਸੋ ਉਹਦੇ ਵਾਸਤੇ ਐਂਟੀਪਾਇਰੇਟਿਕਸ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਇਸਤੇਮਾਲ ਹੈ ਜਿਹੜਾ ਉਹ ਜ਼ਰੂਰੀ ਹੈ। ਐਂਡ ਦ ਨੈਕਸਟ ਵਨ ਇਜ਼ ਸਾਈਟੋਕਾਈਨ ਬੈਰੀਅਰਸ। ਜਿਹੜਾ ਸਾਈਟੋਕਾਈਨ ਬੈਰੀਅਰ ਹੈਗਾ ਇਹਦੇ ਚ ਕੈਮੀਕਲ ਮੈਸੇਂਜਰਸ ਹੈਗੇ ਨੇ, ਇੰਟਰਲਿਊਕਾਈਨਸ ਲਿੰਫੋਸਾਈਟਸ ਪ੍ਰੋਡਿਊਸ ਕਰਦੇ ਨੇ, ਲਿੰਫੋਕਾਈਨਸ ਲਿੰਫੋਸਾਈਟਸ ਪ੍ਰੋਡਿਊਸ ਕਰਦੇ ਨੇ, ਇੰਟਰਫੇਰੋਨਸ ਪ੍ਰੋਟੈਕਟ ਅਗੇਂਸਟ ਵਾਇਰਲ ਇਨਫੈਕਸ਼ਨਸ। ਸਾਈਟੋਕਾਈਨ ਬੈਰੀਅਰਸ ਇਹ ਕੁਝ ਇਹੋ ਜਿਹੇ ਪ੍ਰੋਟੀਨਸ ਹੈਗੇ ਨੇ ਇਹਨਾਂ ਰਾਹੀਂ ਛੱਡੇ ਹੋਏ ਜਿਹੜੇ ਕਿ ਸਾਨੂੰ ਵੱਖੋ ਵੱਖਰੇ ਢੰਗਾਂ ਨਾਲ ਬਚਾਉਂਦੇ ਨੇ। ਤਾਂ ਇੰਟਰਫੇਰੋਨਸ ਜਿਵੇਂ ਖਾਸ ਕਰਕੇ ਅਸੀਂ ਗੱਲ ਕਰੀਏ ਜਿਹੜੇ ਵਾਇਰਲ ਇਨਫੈਕਟਡ ਕੈਂਸਰ ਸੈੱਲ ਹੈਗੇ ਨੇ ਤਾਂ ਉਹ ਸੈੱਲ ਨੇ ਜਿਹੜੇ ਇੰਟਰਫੇਰੋਨ ਛੱਡਦੇ ਨੇ ਤਾਂ ਕਿ ਗੁਆਂਢੀਆਂ ਨੂੰ ਇਨਫੈਕਸ਼ਨ ਨਾ ਹੋ ਜਾਏ। ਆਪ ਤਾਂ ਉਹ ਮਰੇ ਹੀ ਮਰੇ, ਉਹ ਕਹਿੰਦਾ ਨਾਲ ਦੇ ਗੁਆਂਢੀਆਂ ਨੂੰ ਜਿਹੜਾ ਹੈਗਾ ਇਹ ਇਨਫੈਕਸ਼ਨ ਨਾ ਹੋ ਜਾਏ। ਸੋ ਇਸ ਕਰਕੇ ਉਹ ਇੰਟਰਫੇਰੋਨ ਛੱਡਦੇ ਨੇ, ਇੱਕ ਤਰ੍ਹਾਂ ਦੇ ਪ੍ਰੋਟੀਨਸ ਨੇ ਜਿਹੜੇ ਉਹ ਛੱਡੇ ਜਾਂਦੇ ਨੇ। ਸੋ ਇੱਥੇ ਜੇ ਅਸੀਂ ਗੱਲ ਕਰਦੇ ਹਾਂ ਬੇਟਾ ਤਾਂ ਹੁਣ ਅਸੀਂ ਜਿਹੜੀ ਹੈ ਇਨੇਟ ਨੈਚੁਰਲ ਐਂਡ ਨਾਨ ਸਪੈਸੀਫਿਕ ਜਿਹੜੀ ਹੈ ਇਮਿਊਨਿਟੀ ਬਾਰੇ ਗੱਲ ਕੀਤੀ ਹੈ। ਪਹਿਲੇ ਹੈਗੇ ਨੇ ਫਿਜ਼ੀਕਲ ਬੈਰੀਅਰਸ, ਸੈਕਿੰਡ ਫਿਜ਼ੀਓਲੋਜੀਕਲ ਬੈਰੀਅਰਸ ਐਂਡ ਥਰਡ ਸੈਲੂਲਰ ਬੈਰੀਅਰਸ ਜਿਹੜੇ ਇਕੱਲੇ ਸੈੱਲਾਂ ਦੇ ਹੀ ਬਣੇ ਹੋਏ ਨੇ, ਤੇ ਚੌਥੇ ਜਿਹੜੇ ਹੈਗੇ ਨੇ ਅਸੀਂ ਜਿਹੜਾ ਗੱਲ ਕਰਦੇ ਇਹਦੇ ਜਿਹੜੇ ਹੈਗੇ ਨੇ ਸੈਲੂਲਰ ਬੈਰੀਅਰਸ ਬਾਰੇ ਅਸੀਂ ਅੱਗੇ ਪੜ੍ਹਿਆ ਹੈਗਾ। ਦੇਖੋ ਕਿੰਨੇ ਤਰ੍ਹਾਂ ਦੇ ਸਰਟਨ ਲਿੰਫੋਸਾਈਟਸ ਹੈਗੇ ਨੇ, ਇਹਦੇ ਵਿੱਚ ਅਸੀਂ ਜਿਹੜੇ ਪੜ੍ਹ ਲਏ ਪੋਲੀਮੋਰਫੋਨਿਊਕਲੀਅਰ ਲਿੰਫੋਸਾਈਟਸ ਆ ਗਏ, ਦੈਨ ਸੈਕਿੰਡ ਮੈਕਰੋਫੇਜਸ ਆ ਗਏ, ਨੈਚੁਰਲ ਕਿਲਰ ਸੈਲਸ ਆ ਗਏ, ਠੀਕ ਹੈ ਨਾ, ਕੰਪਲੀਮੈਂਟ ਆ ਗਏ, ਇਨਫਲੇਮੇਸ਼ਨ ਹੈਗਾ ਹੋ ਰਿਹਾ, ਫੀਵਰ ਹੋ ਰਿਹਾ, ਸਾਈਟੋਕਾਈਨ ਬੈਰੀਅਰਸ। ਹਾਂਜੀ ਬੱਚਿਓ, ਆਪਾਂ ਹੁਣ ਚੈੱਕ ਕਰੀਏ ਵੀ ਅਸੀਂ ਕੀ ਸਿੱਖਿਆ ਹੈ। ਹੁਣ ਤੱਕ ਅਸੀਂ ਕੀ ਸਿੱਖਿਆ, ਜਿਹੜਾ ਸਿੱਖਿਆ ਕੀ ਉਹ ਸਾਨੂੰ ਸਮਝ ਆ ਗਿਆ। ਤਾਂ ਇਹਦੇ ਬਾਰੇ ਹੁਣ ਆਪਾਂ ਕੁਝ ਪ੍ਰਸ਼ਨ ਜਿਹੜੇ ਹੈਗੇ ਨੇ ਤੁਹਾਡੇ ਤੋਂ ਪੁੱਛ ਲਈਏ। ਤੁਸੀਂ ਆਪਣੀ ਕਾਪੀ ਪੈਨ ਲੈ ਕੇ ਇਹਨਾਂ ਨੂੰ ਨੋਟ ਕਰੋ ਪਲੀਜ਼, ਤਾਂ ਕਿ ਤੁਸੀਂ ਜਵਾਬ ਦੇ ਸਕੋ। ਤਾਂ ਇਹਦਾ ਪਹਿਲਾ ਕੁਐਸਚਨ ਹੈਗਾ, ਵੇਅਰ ਆਰ ਲਾਈਸੋਜ਼ਾਈਮਸ ਪ੍ਰੈਜ਼ੈਂਟ? ਵੇਅਰ ਆਰ ਲਾਈਸੋਜ਼ਾਈਮਸ ਪ੍ਰੈਜ਼ੈਂਟ ਐਂਡ ਵੇਅਰ ਐਬਸੈਂਟ? ਇਹ ਤੁਸੀਂ ਡਿਫਰੈਂਸ਼ੀਏਟ ਕਰਨਾ ਹੈਗਾ ਵੀ ਲਾਈਸੋਜ਼ਾਈਮ ਕਿਹੜੀ ਜਗ੍ਹਾ ਤੇ ਹੁੰਦੇ ਨੇ ਤੇ ਕਿਹੜੇ ਸਕ੍ਰੀਸ਼ਨਸ ਦੇ ਵਿੱਚ ਨਹੀਂ ਹੁੰਦੇ। ਐਂਡ ਦ ਸੈਕੰਡ ਕੁਐਸਚਨ ਇਜ਼ ਐਕਸਪੈਂਡ ਦ ਟਰਮ PMNL। PMNL ਤਾਂ ਇੱਥੇ ਅਸੀਂ ਕੀਤਾ ਸੀ ਪੋਲੀਮੋਰਫੋਨਿਊਕਲੀਅਰ ਲਿੰਫੋਸਾਈਟਸ। ਕੋਈ ਹੈਗਾ ਇਹਦੇ ਬਾਰੇ ਆਨਸਰ ਜਿਹੜਾ ਐਕਸਪੈਂਡ ਹੀ ਕਰਨਾ ਸੀ। ਸੋ ਵਿਚ ਆਰ ਦ ਲਾਰਜੈਸਟ ਲਿਊਕੋਸਾਈਟਸ? ਇਹ ਤੁਸੀਂ ਮੈਨੂੰ ਦੱਸਣਾ ਹੈਗਾ ਲਾਰਜੈਸਟ ਲਿਊਕੋਸਾਈਟਸ ਕਿਹੜੇ ਨੇ, ਸਭ ਤੋਂ ਵੱਡੇ WBC ਕਿਹੜੇ ਹਨ?
ਨੇਮ ਦ ਮੈਕਰੋਫੇਜਸ ਪ੍ਰੈਜ਼ੈਂਟ ਇਨ ਦ ਲਿਵਰ। ਲਿਵਰ ਦੇ ਵਿੱਚ ਅਸੀਂ ਦੇਖਿਆ ਹੈਗਾ ਵੀ ਮੈਕਰੋਫੇਜਸ ਦੋ ਤਰ੍ਹਾਂ ਦੇ ਨੇ, ਇੱਕ ਵਾਂਡਰਿੰਗ ਹੈਗੇ ਨੇ, ਇੱਕ ਟਿਸ਼ੂਆਂ ਦੇ ਵਿੱਚ ਪਏ ਨੇ। ਤਾਂ ਟਿਸ਼ੂਆਂ ਦੇ ਵਿੱਚ ਉਹ ਡਿਫਰੈਂਸ਼ੀਏਟ ਕਰ ਜਾਂਦੇ ਨੇ, ਵੱਖੋ ਵੱਖਰੇ ਟਿਸ਼ੂਆਂ ਦੇ ਵਿੱਚ ਜਾ ਕੇ ਵੱਖੋ ਵੱਖਰੇ ਕੰਮ ਕਰਦੇ ਨੇ, ਤਾਂ ਉਹਨਾਂ ਦੀ ਵੱਖੋ ਵੱਖਰੀਆਂ ਸ਼ਕਲਾਂ ਹੁੰਦੀਆਂ ਨੇ। ਸੋ ਉਹਨਾਂ ਦੇ ਵਿੱਚੋਂ ਜਿਹੜੇ ਲਿਵਰ ਦੇ ਵਿੱਚ ਚਲੇ ਗਏ, ਉੱਥੇ ਉਹਨਾਂ ਨੇ ਮੈਕਰੋਫੇਜਸ ਨੂੰ ਕੀ ਕਿਹਾ ਜਾਂਦਾ ਹੈ। So what is the function of histamine? This is the last question. All the 5 questions. Histamine ਦਾ ਕੰਮ ਕੀ ਹੈ ਇਹ ਤੁਸੀਂ ਦੱਸਣਾ ਹੈ, ਤੁਸੀਂ ਨੋਟ ਕਰਨਾ। ਮੈਨੂੰ ਪੂਰੀ ਉਮੀਦ ਹੈਗੀ ਹੈ ਵੀ ਤੁਸੀਂ ਇਸ ਲੈਕਚਰ ਨੂੰ ਇੰਜੋਏ ਕੀਤਾ ਹੋਊਗਾ ਤੇ ਤੁਸੀਂ ਬਹੁਤ ਵਧੀਆ ਫਾਇਦਾ ਲਿਆ ਹੋਊਗਾ, ਇਹਦੇ ਨੋਟਸ ਬਣਾਏ ਹੋਣਗੇ। ਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਕਹੂੰਗੀ ਪਲੀਜ਼ ਤੁਸੀਂ ਇਹਦਾ ਇੱਕ ਜਿਹੜਾ ਹੈਗਾ ਸਕਰੀਨਸ਼ਾਟ ਜਿਹੜਾ ਉਹ ਲੈ ਲਓ ਤਾਂ ਕਿ ਤੁਹਾਨੂੰ ਨੋਟਸ ਜਿਹੜੇ ਹੈਗੇ ਨੇ ਉਹ ਬਣਾਉਣੇ ਸੌਖੇ ਹੋ ਜਾਣ। ਥੈਂਕ ਯੂ।